ਗੁਰੂ ਸਾਹਿਬ ਜੀਓ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਭੀਤਰ ਵਗਹਿ ਘਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਵਾਇਨ ਚਿਲੇ ਨਚਨ ਗੁਰ, ਪੈਰ ਹਿਲਾਇਨ ਫੇਰਨ ਸਿਰ। ਵਾਇਨ ਚਿਲੇ ਨਚਨ ਗੁਰ, ਪੈਰ ਹਿਲਾਇਨ ਫੇਰਨ ਸਿਰ। ਉਡ ਉਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਣ ਪੂਰਹਿ ਤਾਲ, ਆਪ ਪਛੜ ਹੈ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ।
ਸੇਵਕ ਸੇਵ ਕਰਮ ਚੜਾਓ, ਸੇਵਕ ਸੇਵ ਹੈ ਕਰਮ ਚੜਾਓ। ਭਿੰਨੀ ਰੈਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ। ਨਦਰੀ ਕਰਮ ਲਗਾਏ ਪਾਰ, ਕੋਲੂ ਚਰਖਾ ਚੱਕੀ ਚੱਕ। ਥਲ ਵਾਰੋਲੇ ਬਹੁਤ ਅਨੰਤ, ਲਾਡੂ ਮਾਧਾਣੀਆਂ ਅਨਗਾਹ। ਪੰਖੀ ਭੌਂਦਿਆ ਲੈਨ ਨ ਸਾਹ, ਸੂਐ ਚਾੜ ਭਵਾਈਐ ਜੰਤ। ਨਾਨਕ ਭੌਂਦਿਆਂ ਗਣਤ ਨ ਅੰਤ, ਬੰਧਨ ਬੰਧ ਭਵਾਏ ਸੋਏ। ਪੈ ਕਿਰਤ ਨਚੈ ਸਭ ਕੋਏ, ਨਚ ਨਚ ਹੱਸਹਿ ਚੱਲਹਿ ਸਿ ਰੋਏ। ਉੱਡ ਨ ਜਾਹੀ ਸਿੱਧ ਨ ਹੋਏ, ਨੱਚਣ ਕੁੱਦਣ ਮਨ ਕਾ ਚਾਓ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਓ, ਨੱਚਣ ਕੁੱਦਣ ਮਨ ਕਾ ਚਾਓ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਔਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਧੰਨ ਧੰਨ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ, ਜੋ ਸਰਬੱਤਰ ਆਸਾ ਸੰਪੂਰਨ ਕਰਨ ਵਾਲੇ ਬਚਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਨਿਰਵਿਘਨਤਾ ਸਹਿਤ ਸੁਣਨਾ ਕੀਤੇ ਹਨ। ਤਾਂ ਹੁਣ ਸਮਾਂ ਹੈ ਗੁਰ ਸੰਗਤ ਜੀ, ਜੋ ਸ੍ਰੀ ਆਸਾ ਜੀ ਦੀ ਵਾਰ ਦੇ ਲੜੀਵਾਰ ਕਥਾ ਚੱਲਣਾ ਕਰ ਰਹੇ ਤਿਨਾਂ ਦੇ ਨਾਲ ਸਾਂਝ ਪਾਉਣ ਦਾ ਸਮਾਂ ਹੈ। ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ ਐਸੀ ਬਾਣੀ ਹੈ, ਜਿਹੜਾ ਪੜ੍ਹਦਾ ਹੈ ਇਹ ਬਾਣੀ ਉਹਦੀਆਂ ਆਸਾਂ ਸੰਪੂਰਨ ਹੋ ਜਾਇਆ ਕਰਦੀਆਂ ਨੇ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਚਾਰ ਛੱਕਿਆਂ ਜੀਆਂ ਦੇ ਵਿਚਾਰ ਪਿੱਛੇ ਨਾਲ ਇੱਕ ਸ਼ਲੋਕ ਜੀਆਂ ਦੇ ਵਿਚਾਰ ਪਿੱਛੇ ਆਪ ਜੀਆਂ ਦੇ ਨਾਲ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਾਂਝੇ ਕੀਤੇ ਗਏ ਸਨ। ਚੱਲਦੇ ਦੀਵਾਨਾਂ ਦੇ ਪਿਛਲੀ ਲੜੀ ਵਿੱਚ
ਆਪ ਸਮੂਹ ਸੰਗਤਾਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਰਵਣ ਕਰਨਾ ਕੀਤਾ। ਮਹਾਰਾਜ ਦੱਸਣਾ ਕਰ ਰਹੇ ਨੇ ਜੋ ਘੜੀਆਂ ਹੋਇਆ ਕਰਦੀਆਂ ਨੇ। ਹੁਣ ਜਿਹੜੀ ਹੱਥ ਦੇ ਉੱਤੇ ਗੁੱਟ ਦੇ ਉੱਤੇ ਬੰਨ ਲੈਣੀ, ਇਹ ਘੜੀ ਨਹੀਂ ਗੁਰਸੰਗਤ ਜੀ। ਘੜੀ ਹੈ ਇੱਕ ਘੜੀ ਜਿਹੜੀ ਹੁੰਦੀ ਹੈ 24 ਮਿੰਟ ਦੀ ਹੋਇਆ ਕਰਦੀ, ਦੂਜੀ ਘੜੀ 48 ਮਿੰਟ ਦੀ ਹੋਇਆ ਕਰੇਗੀ। ਹੁੰਦੀ 24 ਮਿੰਟ ਦੀ ਹੈ ਤੇ 24 ਤੇ 24 48 ਦੋ ਘੜੀਆਂ ਹੋ ਗਈਆਂ। ਇਸੇ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਘੜੀਆਂ ਜਿਹੜੀਆਂ ਨੇ ਗੋਪੀਆਂ ਨੇ। ਕ੍ਰਿਸ਼ਨ ਜੀਆਂ ਦੇ ਨਾਲ ਜਿੱਦਾਂ ਗੋਪੀਆਂ ਰਹਿਣਾ ਕਰਦੀਆਂ ਸਨ, ਤਾਂ ਮਹਾਰਾਜ ਕਹਿੰਦੇ ਘੜੀਆਂ ਸਭ ਗੋਪੀਆਂ ਨੇ ਤੇ ਪਹਿਰ ਜਿਹੜੇ ਨੇ ਉਹ ਆਪ ਗੋਪਾਲ ਨੇ। ਪਹਿਰ 3 ਘੰਟਿਆਂ ਦਾ ਹੋਇਆ ਕਰਦਾ ਹੈ ਤੇ 4 ਮਹੀਨੇ ਹੋਇਆ ਕਰਦੇ ਨੇ। ਜਿਸ ਪ੍ਰਕਾਰ ਦੇ ਨਾਲ ਸਮਾਂ ਬਦਲਦਾ ਹੈ, ਇਹ ਗੁਰਸੰਗਤ ਜੀ 3 ਗਹਿਣੇ ਹਵਾ ਪਾਣੀ ਬਸੰਤਰ ਇਹ ਸਾਰੇ ਜਿਹੜੇ ਨੇ ਇਹ ਪਹਿਰ ਆਪਣੇ ਆਪਣੇ ਗਹਿਣੇ ਪਾਇਆ ਕਰਦੇ ਨੇ। ਜਿੱਦਾਂ ਮਨੁੱਖ ਹੋਇਆ ਕਰੇ ਨਾ, ਤੇ ਅਸੀਂ ਕੁਝ ਦਿਨ ਬਾਅਦ ਆਪਣੇ ਇੱਕ ਦਿਨ ਬਾਅਦ ਆਪਣੇ ਕੱਪੜੇ ਬਦਲਦੇ ਰਹਿੰਦੇ ਆ। ਉਸੇ ਪ੍ਰਕਾਰ ਦੇ ਨਾਲ ਕੁਦਰਤ ਵੀ ਆਪਣੇ ਆਪ ਨੂੰ ਬਦਲਦੀ ਰਹਿੰਦੀ ਹੈ। ਜਿਹੜਾ ਬਦਲਦਾ ਹੈ ਉਹ ਅੱਗੇ ਵਧ ਜਾਂਦਾ, ਜਿਹੜਾ ਨਹੀਂ ਬਦਲਦਾ ਉਹ ਅੱਗੇ ਨਹੀਂ ਵਧਿਆ ਕਰਦਾ। ਤਾਂ ਕਹਿਣਾ ਕਰਦੇ ਮਹਾਰਾਜ, ਦਿਨ ਤੇ ਪਹਿਰ ਤੇ ਘੜੀਆਂ ਆਵ ਘਟੈ ਤਨ ਛੀਜੈ। ਕਾਲ ਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ। ਤਾਂ ਇਹ ਸਾਰੀਆਂ ਘੜੀਆਂ ਜਿਹੜੀਆਂ ਨੇ ਗੋਪੀਆਂ ਨੇ ਤੇ ਪਹਿਰ ਜਿਹੜੇ ਨੇ ਉਹ ਗੋਪਾਲ ਭਾਵ ਕ੍ਰਿਸ਼ਨ ਜੀ ਹਨ। ਤਾਂ ਸਾਰੀ ਧਰਤੀ ਜਿਹੜੀ ਹੈ ਉਹ ਵਰਤਣ ਵਾਸਤੇ ਹੈ। ਜੀਵ ਆਪਣੇ ਜੰਜਾਲਾਂ ਵਾਸਤੇ ਵਰਤਣਾ ਕਰਦਾ ਸਾਰੀ ਧਰਤੀ ਨੂੰ। ਹਮ ਵਰਤਣਾ ਜੇ ਇਨਸਾਨ ਦਾ ਚੰਗੇ ਢੰਗ ਤਰੀਕੇ ਨਾਲ ਹੋਵੇ, ਫਿਰ ਧਰਤੀ ਵਧੀਆ ਬਣੇ। ਕਿਸ ਪ੍ਰਕਾਰ ਨਾਲ ਅਸੀਂ ਵਰਤਣਾ ਕਰ ਰਹੇ ਹਾਂ ਇਹ ਮਾਇਨੇ ਰੱਖਦਾ, ਅਸੀਂ ਵਰਤਣਾ ਕਰ ਰਹੇ ਹਾਂ ਇਹ ਮਾਇਨੇ ਨਹੀਂ ਰੱਖਦਾ। ਜਦੋਂ ਕਿਸੇ ਚੀਜ਼ ਨੂੰ ਚੰਗੀ ਢੰਗ ਦੇ ਨਾਲ ਵਰਤਣਾ ਕਰਾਂਗੇ ਤਾਂ ਉਹ ਸਾਨੂੰ ਚੰਗਾ ਫਲ ਦੇਵੇਗੀ, ਜ਼ਿਆਦਾ ਦੇਰ ਤੱਕ ਦੇਣਾ ਕਰੇਗੀ। ਅੱਜ ਧਰਤੀ ਦੇ ਉੱਤੇ ਇਤਨਾ ਪ੍ਰਦੂਸ਼ਣ ਹੈ, ਕੀ ਕਾਰਨ ਹੈ? ਕਿਉਂਕਿ ਅਸੀਂ ਧਰਤੀ ਦੇ ਉੱਤੇ ਸਰੋਤਾਂ ਨੂੰ ਚੰਗੇ ਢੰਗ ਦੇ ਨਾਲ ਨਹੀਂ ਵਰਤ ਰਹੇ, ਧਰਤੀ ਨੂੰ ਨੁਕਸਾਨ ਪਹੁੰਚਾਉਣਾ ਕਰ ਰਹੇ ਹਾਂ। ਇਨਸਾਨ ਆਪਣੇ ਫਾਇਦੇ ਵਾਸਤੇ ਦੂਸਰਿਆਂ ਦੀ ਵਰਤੋਂ ਕਰਦਾ ਹੈ, ਪਰ ਇਹ ਨਹੀਂ ਜਾਣਦਾ ਇਹਦੇ ਵਿੱਚ ਨੁਕਸਾਨ ਕਿੰਨਾ ਜ਼ਿਆਦਾ ਹੋਣਾ ਕਰ ਰਿਹਾ। ਆ ਪਿੱਛੇ ਗੁਰਸੰਗਤ ਜੀ 1 ਦਿਨ 2 ਦਿਨ ਪਹਿਲਾਂ ਜਿੱਦਾਂ ਪੈਟਰੋਲ ਤੇਲ ਮਿਲਣਾ ਬੰਦ ਹੋ ਗਿਆ ਸੀ ਤੇ ਸਾਰਿਆਂ ਨੂੰ ਕਿੰਨਾ ਔਖਾ ਹੋਇਆ 1 ਦਿਨ ਦੇ ਵਿੱਚ। ਜੇ ਅਸੀਂ ਧਰਤੀ ਦੇ ਉੱਤੇ ਸਰੋਤਾਂ ਨੂੰ ਚੰਗੇ ਢੰਗ ਨਾਲ ਨਹੀਂ ਵਰਤਾਂਗੇ ਤਾਂ ਫਿਰ ਜੀਵਨ ਔਖਾ ਹੋ ਜਾਵੇਗਾ। ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਮਹਾਰਾਜ ਕਹਿੰਦੇ ਜਿਹੜੇ ਜਿਹਨੂੰ ਗਿਆਨ ਨਹੀਂ ਹੈ ਨਾ, ਉਹ ਮਾਇਆ ਵੱਲੋਂ ਠੱਗੇ ਜਾਂਦੇ ਨੇ। ਮਨੁੱਖਾ ਜਨਮ ਆਪਣਾ ਵਿਅਰਥ ਗਵਾ ਬੈਠਦੇ, ਉਹਨਾਂ ਨੂੰ ਜਮਕਾਲ ਖਾ ਜਾਂਦਾ ਹੈ। ਮੌਤ ਦਾ ਫਰਿਸ਼ਤਾ ਉਹਨਾਂ ਨੂੰ ਖਾ ਜਾਇਆ ਕਰਦਾ ਹੈ। ਤਾਂ ਇਹ ਵਿਚਾਰ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਦੇ ਨਾਲ ਪਿਛਲੇ ਦੀਵਾਨਾਂ ਵਿੱਚ ਸਾਂਝੇ ਕੀਤੇ ਗਏ ਸਨ। ਆਓ ਜੋ ਮੁਬਾਰਕ ਬਚਨ
ਮਹਾਰਾਜ ਅੱਜ ਬਖਸ਼ ਰਹੇ ਨੇ, ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਖਸ਼ੋ ਅਸੀਸ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਨ ਗੁਰ। ਤਾਂ ਮਹਾਰਾਜ ਕਹਿਣਾ ਕਰਦੇ ਜਿਹੜੇ ਚੇਲੇ ਹੋਇਆ ਕਰਦੇ ਨੇ ਨਾ, ਉਹ ਚੇਲੇ ਵਾਇਨ ਭਾਵ ਸਾਜ਼ਾਂ ਨੂੰ ਵਜਾਉਣਾ ਕਰਦੇ ਨੇ, ਤੇ ਗੁਰ ਉਹਨਾਂ ਦੇ ਜਿਹੜੇ ਗੁਰੂ, ਉਹਨਾਂ ਨੂੰ ਜਿਹੜੇ ਸਿੱਖਿਆ ਦੇਣ ਵਾਲੇ ਹੋਣ, ਉਹ ਆਪ ਨੱਚਣਾ ਕਰਦੇ ਨੇ। ਪਰ ਨੱਚਣਾ ਇਹ ਪ੍ਰਵਾਨ ਨਹੀਂ। ਹਾਂ, ਜੇ ਤੁਹਾਡੀ ਸੁਰਤ, ਤੁਹਾਡੀ ਸੋਚ ਇਹ ਹੈ ਕਿ ਨੱਚ ਕਰਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਪ੍ਰਾਪਤੀ ਕਰਨੀ ਹੈ, ਤਾਂ ਫਿਰ ਐਸਾ ਨੱਚਣਾ ਵੀ ਪ੍ਰਵਾਨ ਹੋ ਜਾਂਦਾ। ਜੇ ਮਾਇਆ ਤੱਕ ਹੀ ਸੀਮਿਤ ਹਾਂ ਤੇ ਫਿਰ ਗੁਰਸੰਗਤ ਜੀ ਉਹ ਨੱਚਣਾ ਵੀ ਪ੍ਰਵਾਨ ਨਹੀਂ ਹੋਇਆ ਕਰਦਾ। ਮਹਾਰਾਜ ਕਹਿੰਦੇ ਕਿ ਨੱਚ ਤੇ ਸਾਰੀ ਸ੍ਰਿਸ਼ਟੀ ਰਹੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਹੁਕਮਾਂ ਦੇ ਅੰਦਰ ਸਾਰੇ ਹੀ ਨੱਚ ਰਹੇ ਨੇ। ਜਿਹੋ ਜਿਹਾ ਜੀਵ ਕਰਮ ਕਮਾਉਂਦਾ, ਜੀਵ ਦਾ ਕਰਮ ਕਮਾਉਣਾ ਹੀ ਉਹਦਾ ਨੱਚਣਾ ਹੋਇਆ ਕਰਦਾ ਹੈ। ਮਹਾਰਾਜ ਕਹਿੰਦੇ ਨੇ ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾ ਸਗਲੇ ਜਨਾ। ਅਬ ਮਹਾਰਾਜ ਦੇ ਬਚਨ ਆਇਆ ਕਰਦੇ ਨੇ, ਨਾਚੰਤੀ ਗੋਪੀ ਜੰਨਾ, ਰਮਈਆ ਤੇ ਬੈਰੇ ਕੰਨਾ। ਤਰਕ ਨ ਚਾ ਭ੍ਰਮੀਆਂ ਚਾ, ਕੇਸਵਾ ਬਚਾਉਨੀ ਅਈਏ ਮਈਏ, ਏਕ ਰਾਮ ਜੀਓ। ਤਾਂ ਕ੍ਰਿਸ਼ਨ ਜੀਆਂ ਦੇ ਦੁਆਲੇ ਜਿਹੜੀ ਗੋਪੀਆਂ ਨੇ ਉਹ ਵੀ ਨੱਚਣਾ ਕਰ ਰਹੀਆਂ ਨੇ। ਤਾਂ ਕ੍ਰਿਸ਼ਨ ਜੀਆਂ ਦੀ ਆਗਿਆ ਨੂੰ ਮੰਨਣਾ ਕਰਨਾ ਉਹ ਉਹਨਾਂ ਦਾ ਨੱਚਣਾ ਹੀ ਹੈ। ਇੱਕ ਮਨਮੁਖ ਹੋਇਆ ਕਰਦਾ ਹੈ ਤੇ ਇੱਕ ਗੁਰਮੁਖ ਹੋਇਆ ਕਰਦਾ ਹੈ। ਦੋਵੇਂ ਨੱਚਦੇ ਨੇ। ਹਾਂ, ਜਿਹੜਾ ਮਨਮੁਖ ਹੈ, ਮਨ ਦੇ ਪਿੱਛੇ ਤੁਰਨ ਕਰਕੇ ਉਹ ਮਾਇਆ ਦੇ ਪਿੱਛੇ ਨੱਚਦਾ, ਭਾਵ ਉਹਨੂੰ ਮਾਇਆ ਨਚਾਇਆ ਕਰਦੀ ਹੈ। ਤੇ ਇੱਕ ਗੁਰਮੁਖ ਹੋਇਆ ਕਰਦਾ ਹੈ, ਜਿਹਨੂੰ ਗੁਰਸੰਗਤ ਜੀ ਨੱਚਦਾ ਗੁਰਮੁਖ ਵੀ ਹੈ, ਪਰ ਗੁਰਮੁਖ ਮਾਇਆ ਦੇ ਪਿੱਛੇ, ਮਾਇਆ ਦੇ ਅਨੁਸਾਰੀ ਹੋ ਕਰਕੇ ਨਹੀਂ ਨੱਚਦਾ। ਗੁਰਮੁਖ ਗੁਰੂ ਦੇ ਅਨੁਸਾਰੀ ਹੋ ਕਰਕੇ ਨੱਚਣਾ ਕਰਦਾ ਹੈ। ਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਇਹ ਗੁਰਮੁਖਾਂ ਦਾ ਨੱਚਣਾ ਹੋਇਆ ਕਰਦਾ। ਔਰ ਗੁਰਮੁਖਾਂ ਦਾ ਨੱਚਣਾ ਪ੍ਰਵਾਨ ਹੋਇਆ ਕਰਦਾ, ਪਰ ਮਨਮੁਖਾਂ ਦਾ ਨੱਚਣਾ ਜਿਹੜਾ ਹੁੰਦਾ ਉਹ ਪ੍ਰਵਾਨ ਨਹੀਂ ਹੋਇਆ ਕਰਦਾ, ਕਿਉਂਕਿ ਮਾਇਆ ਦੇ ਪਿੱਛੇ ਮਾਇਆ ਸਾਥ ਨਹੀਂ ਜਾਇਆ ਕਰਦੀ। ਮਹਾਰਾਜ ਦੇ ਬਚਨ ਆਇਆ ਕਰਦੇ ਨੇ, ਅਬ ਮੇਰੋ ਨਾਚ ਨੋ ਰਹੇ। ਤਾਂ ਹੁਣ ਸਾਡਾ ਨੱਚਣਾ ਰਹਿ ਗਿਆ। ਕਿਹੜਾ ਨੱਚਣਾ? ਜਿਹੜਾ ਮਾਇਆ ਦੇ ਪਿੱਛੇ ਲੱਗ ਕੇ ਨੱਚਣਾ ਹੋਇਆ ਕਰਦਾ ਹੈ, ਉਹ ਸਾਡਾ ਰਹਿ ਗਿਆ ਹੈ। ਕਿਉਂਕਿ ਗੁਰੂ ਮਿਲ ਪਿਆ, ਪੂਰੇ ਗੁਰੂ ਦੇ ਦੀਦਾਰ ਹੋਏ। ਐਸੇ ਕਾਰਨ ਕਰਕੇ ਜਦੋਂ ਗੁਰੂ ਦੇ ਬਚਨਾਂ ਅਨੁਸਾਰ ਜੀਵਨ ਵਿੱਚ ਚੱਲਣਾ ਕੀਤਾ, ਜੀਵਨ ਨੂੰ ਢਾਲਣਾ ਕੀਤਾ, ਤੇ ਮਾਇਆ ਦੇ ਪਿੱਛੇ ਜਿਹੜਾ ਨੱਚਣਾ ਹੁੰਦਾ ਉਹ ਰਹਿ ਜਾਇਆ ਕਰਦਾ। ਐਸਿਆਂ ਦੇ ਬਾਬਤ ਮਹਾਰਾਜ ਨੇ ਕਹਿਣਾ ਕੀਤਾ, ਉਹ ਮਾਇਆ ਦੇ ਅਨੁਸਾਰ ਹੋ ਕਰਕੇ ਨਹੀਂ ਨੱਚਦੇ, ਫਿਰ ਮਾਇਆ ਉਹਨਾਂ ਦੇ ਅਨੁਸਾਰੀ ਹੋ ਕੇ ਨੱਚਦੀ ਹੈ।
ਫਰਮਾਨ ਨੇ ਹੁਣ ਇਹ ਮਾਇਆ ਐਸੀ ਹੈ ਜਿਹੜੀ ਸਾਰਿਆਂ ਨੂੰ ਆਪਣੇ ਪਿੱਛੇ ਨਚਾਇਆ ਕਰਦੀ, ਪਰ ਗੁਰਮੁਖ ਜਿਹੜੇ ਨੇ ਮਾਇਆ ਨੂੰ ਨਚਾਉਂਦੇ ਫਿਰਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਹਿ। ਫਿਰ ਮਾਇਆ ਜਿਹੜੀ ਹੈ ਉਹ ਭਗਤ ਜਨਾਂ ਗੁਰਮੁਖਾਂ ਦੀ ਦਸੀ ਹੋਈ ਕਾਰ ਨੂੰ ਕਮਾਉਣਾ ਕਰਦੀ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਨਾਮ ਜਪਦੇ ਨੇ, ਜਿਨ੍ਹਾਂ ਦਾ ਜੀਵਨ ਗੁਰਮੁਖਾਂ ਵਾਲਾ ਹੋਇਆ ਕਰਦਾ ਹੈ, ਤਾਂ ਫਿਰ 9 ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਲੱਗ ਜਾਇਆ ਕਰਦੀਆਂ ਨੇ। ਤਾਂ ਮਹਾਰਾਜ ਕਹਿਣਾ ਕਰਦੇ ਫਿਰ ਮਾਇਆ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੀ। ਜਿਹੜੇ ਉਸ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਕਰਦੇ ਨੇ। ਤਾਂ ਦੋ ਪ੍ਰਕਾਰ ਦਾ ਨੱਚਣਾ ਹੋਇਆ ਕਰਦਾ, ਇੱਕ ਮਾਇਆ ਦੇ ਅਧੀਨ ਹੋ ਕਰਕੇ, ਇੱਕ ਗੁਰੂ ਦੇ ਅਧੀਨ ਹੋ ਕਰਕੇ। ਤਾਂ ਇਨਸਾਨ ਨੱਚਦੇ ਨੇ, ਪੈਰ ਹਿਲਾਇਨ ਫੇਰਨ ਸਿਰ। ਹੁਣ ਨੱਚਦਿਆਂ ਆਪਣੇ ਪੈਰ ਵੀ ਹਿਲਾਉਂਦੇ ਨੇ ਤੇ ਸਿਰ ਵੀ ਫੇਰਦੇ, ਸਿਰ ਵੀ ਹਿਲਾਣਾ ਕਰਦੇ ਨੇ। ਉੱਡ ਉੱਡ ਰਾਵਾ ਝਾਟਾ ਪਾਏ। ਤਾਂ ਆਪ ਜਦੋਂ ਨੱਚਦੇ ਨੇ ਤਾਂ ਰਾਵਾ ਭਾਵ ਜਿਹੜੀ ਰੇਤ ਹੋਇਆ ਕਰਦੀ ਹੈ ਨਾ, ਉਹ ਵੀ ਆਪਣੇ ਝਾਟੇ ਪਾਉਂਦੀ। ਹੁਣ ਰੇਤ ਮਾਰੂਥਲਾਂ ਦੇ ਵਿੱਚ ਮਿਲਣਾ ਕਰਦੀ। ਜਦੋਂ ਮਾਰੂਥਲਾਂ ਦੇ ਵਿੱਚ ਤੂਫਾਨ ਆਣਾ ਕਰਨ ਤਾਂ ਆਪ ਦੇਖਣਾ ਕਰਿਆ ਜੇ ਗੁਰਸੰਗਤ ਜੀ, ਵਿਚਾਰ ਕਰਨਾ ਕਰਿਆ ਜੇ ਰੇਤ ਜਿਹੜੀ ਉੱਠਦੀ ਹੈ ਨਾ, ਉਹ ਰੇਤ ਉਸ ਤੂਫਾਨ ਦੇ ਵਿੱਚ ਹੀ ਮਿਲ ਜਾਣਾ ਕਰਦੀ। ਉਸ ਤੂਫਾਨ ਦੇ ਵਿੱਚ ਹੀ ਘੁੰਮਣਾ ਕਰਦੀ ਹੈ। ਸੋ ਉਹਦਾ ਰੇਤ ਦਾ ਤੂਫਾਨ ਦੇ ਵਿੱਚ ਮਿਲਣਾ, ਤੂਫਾਨ ਦੇ ਵਿੱਚ ਘੁੰਮਣਾ, ਇਹ ਰੇਤ ਦਾ ਨੱਚਣਾ ਹੀ ਹੋਇਆ ਕਰਦਾ ਹੈ। ਮਹਾਰਾਜ ਕਹਿੰਦੇ ਇਹ ਨੱਚਣਾ ਹੀ ਹੈ। ਉੱਡ ਉੱਡ ਕੇ ਰੇਤ ਜਿਹੜੀ ਹੈ ਉਹ ਤੂਫਾਨ ਦੇ ਵਿੱਚ ਜਾ ਕੇ ਮਿਲਦੀ, ਇਹ ਉਹਦਾ ਨੱਚਣਾ ਹੀ ਹੈ। ਵੇਖੈ ਲੋਕ ਹੱਸੈ ਘਰ ਜਾਏ। ਤਾਂ ਲੋਕ ਜਿਹੜੇ ਨੇ ਉਹ ਦੇਖ ਕਰਕੇ ਹੱਸ ਕਰਕੇ ਘਰ ਜਾਣਾ ਕਰਦੇ ਨੇ। ਜਦੋਂ ਐਸੀ ਬਿਰਤੀ ਹੋਵੇ ਗੁਰਸੰਗਤ ਜੀ, ਤਾਂ ਫਿਰ ਇਹ ਜਿਹੜੀ ਸਾਡੀ ਧਰਮ, ਜੇ ਆਪਾਂ ਇਹਨੂੰ ਧਰਮ ਦੀ ਕਿਰਤ ਬਣਾਉਣਾ ਚਾਹੁੰਦੇ ਆ ਨਾ, ਤੇ ਫਿਰ ਇਹ ਕਿਰਤ ਧਰਮ ਦੀ ਨਹੀਂ ਬਣਦੀ, ਇਹ ਸਿਰਫ ਧੰਦਾ ਬਣ ਕੇ ਰਹਿ ਜਾਂਦਾ ਹੈ। ਤਾਂ ਦੁਨੀਆ ਦੇ ਲੋਕ ਹੱਸ ਕੇ ਘਰ ਜਾਂਦੇ ਨੇ, ਪਰ ਮਹਾਰਾਜ ਕਹਿੰਦੇ ਜਾਣਦੇ ਨਹੀਂ ਵੀ ਇਹ ਤਾਂ ਆਪਣਾ ਸਮਾਂ ਵਿਅਰਥ ਕਰਕੇ ਹੀ ਜਾਣਾ ਕਰ ਰਹੇ ਨੇ। ਤਾਂ ਐਸਾ ਸਮਾਂ ਜਿਹੜਾ ਹੈ ਉਹ ਵਿਅਰਥ ਹੀ ਉਹ ਗਵਾਣਾ ਕਰਦੇ ਨੇ। ਇਨਸਾਨ ਉਹ ਹੈ ਜਿਹੜਾ ਸਮੇਂ ਦੀ ਕਦਰ ਕਰਨਾ ਕਰੇ, ਜਿਹੜਾ ਸਮੇਂ ਦੀ ਕਦਰ ਪਾਉਣਾ ਕਰੇ। ਪਹਿਲਾਂ ਵੀ ਵਿਚਾਰ ਹੋਏ ਸਨ ਗੁਰਸੰਗਤ ਜੀ, ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਜਿਹੜਾ ਸਮੇਂ ਦੀ ਕਦਰ ਕਰਦਾ, ਸਮਾਂ ਉਹਦੀ ਕਦਰ ਪਾ ਦਿੰਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਕੁਦਰਤ ਕਰਕੇ ਕੁਦਰਤ ਦੇ ਨਾਲ ਕਰਕੇ ਜਾਂ ਸਮੇਂ ਦੇ ਨਾਲ ਆਪਣੀ ਚਾਲ ਨੂੰ ਚੱਲਦਾ, ਉਹਨੂੰ ਬੰਦਾ ਵੀ ਕਿਹਾ ਜਾਂਦਾ। ਉਹ ਸੰਸਾਰ ਦੇ ਵਿੱਚ ਸੁਰਖਰੂ ਹੋਇਆ ਕਰਦਾ ਹੈ, ਉਹਨੂੰ ਸਭ ਪਸੰਦ ਕਰਨਾ ਕਰਦੇ ਨੇ। ਜਿਹੜਾ ਸਮੇਂ ਦੇ ਨਾਲ ਨਹੀਂ ਚੱਲਦਾ ਉਹ ਪਿੱਛੇ ਰਹਿ ਜਾਇਆ ਕਰਦਾ। ਤਾਂ ਲੋਕ, ਦੁਨੀਆ ਦੇ ਲੋਕ ਹੱਸ ਕੇ ਘਰ ਜਾਂਦੇ ਨੇ। ਮਹਾਰਾਜ ਕਹਿੰਦੇ ਇਹ ਸਿਰਫ ਉਹਨਾਂ ਵਾਸਤੇ ਮਨ ਪਰਚਾਵੇ ਦਾ ਹੀ ਸਾਧਨ ਹੁੰਦਾ ਹੈ। ਤਾਂ ਉਹ ਅੰਦਰ ਦੀ ਭਾਵਨਾ ਨੂੰ ਨਹੀਂ ਜਾਣ ਸਕਦੇ
क्योंकि वो मालिक दे नाल मिलन दा कोई कारण नहीं, मालिक दे नाल मिलन दी उन्हां दे अंदर गल ही नहीं उभड़दी। रोटियां कारण पूर है ताल, तां रोटियां वास्ते ही अपने ताल जड़े ने वो पूरदे ने। परमेश्वर दी प्राप्ति दा उन्हां नूं कोई इल्म होया ही नहीं करता। इतनी सोच हुंदी है कि साडी रोटी दाल प्रसादा खर्चा जो है वो साडा चलदा रवे, इसे कारण नूं अपने आप ये ताल पूरदे ने। और ऐसिਆਂ ਨੂੰ अपनी किरत दे विच गुरसंगत जी कोई मजा भी नहीं आया करदा। जदों सोच ये होवे ना कि असी उस अकाल पुरख वाहिगुरु जियां नूं रजाउणा है, धर्म दी किरत करनी है, गुरु महाराज जियां दी किरपा सदका दसवंध कढना करना है, तां फिर कीता होया साडा कर्म भी वो धर्म दा रूप हो जांदा। पर जे गुरु दी दात गुरु दी मेहर दे पात्र असी नहीं बनना किते, फिर संसार दे कोई भी कर्म करते रहिए वो धर्म दी किरत नहीं हो सकती, वो धंधा बन के रह जाता है। तो महाराज कहना करते ने कि रोटियां करके ही वो अपने ताल पूरना करते ने। तो गुरसंगत जी पहला भी आप जियां दे नाल गुरु महाराज जियां दी किरपा सदका सांझ पाए गए सन कि कोई कथा करन वाले हो जान, जां गुरसंगत जी कीर्तन वाले हो जान, जां कवीशर जन हो जान, जां रागी सिंह, जां इतने जो आप ढाडी वारा गाउण वाले भी हो जान, जे उन्हां दे अंदर इच्छा नहीं कि असी महाराज छेवें पातशाह जियां दे दर्शन करने ने, तां फिर वो उन्हां दा कीता होया कर्म वो भगती नहीं होया करदा, वो धंधा बन जाया करदा। तां इसलिए जे काज करने ही ने नाल गुरु महाराज जियां दे दर्शना वास्ते करना करिए। अपने धर्म दी किरत विचों अपनी किरत विचों आप कढना करिए दसवंध, गुरु महाराज जियां दी खुशी प्राप्त होवेगी। कीता होया साडी किरत भी धर्म दी किरत बन जाया करेगी, गुरु महाराज जी दियां खुशियां प्राप्त होना करनगियां। पर साडी सोच की बन गई कि साडा दाल फुलका चलदा रवे, प्रसादा पानी चलदा रवे, ते साडी गल इथों तक ही बनदी रवे। जदों मालिक दे नाल प्राप्ति दा संबंध बनेगा ते संसार तो मुक्त भी, आवागुण तो मुक्त भी होना करांगे। जे गुरु दी प्राप्ति दा मनोरथ नहीं तां इंसान कदी मुक्त नहीं हो सकता। सो आप धर्म दी किरत करना करिए। जे गुरु दी प्राप्ति दा मनोरथ असी ले करके चलना कर रहे हैं, कोई भी किरत करना करिए जिदे विच किसे दा बुरा नहीं हो रहा, ते वो साडी कीती हुई किरत भी भगती बन जाती है, साडी कीती हुई किरत धर्म दी किरत बन जाती है, ते वो आप गुरु दे मिलाप विच सहायक होया करदी। गुरु महाराज जियां दा दसवंध कढना करिए। आप पछाड़ है धरती नाल, महाराज कहंदे ने जीव करना की करदा, अपने आप नूं नचदियां नचदियां धरती दे उत्ते ही लटा फिरदा है। गावन गोपियां गावन कान, तां गोपियां जड़ियां ने वो भी गाना करते ने, ते कान भाव जड़े कृष्ण जी हन वो भी गाना करते। किन्हां नूं गाना करते ने? उस अकाल पुरख वाहिगुरु जियां नूं जिन्हां ने सारे संसार दी रचना कीती, सारे संसार नूं पैदा करना कीता। उन्हां नूं गोपियां भी गाना करदियां ने
ਤੇ ਉਹਨਾਂ ਨੂੰ ਕਾਨ ਭਾਵ ਕ੍ਰਿਸ਼ਨ ਜੀ ਵੀ ਗਾਣਾ ਕਰਦੇ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੋਪੀਆਂ ਵੀ ਗਾ ਰਹੀਆਂ ਨੇ, ਜਿਨ੍ਹਾਂ ਨੂੰ ਕਾਨ ਕ੍ਰਿਸ਼ਨ ਜੀ ਵੀ ਗਾ ਰਹੇ ਨੇ, ਪਿਆਰਿਆ ਤੂੰ ਵੀ ਗਾਣਾ ਕਰ। ਗਾਉਣਾ ਵੀ ਭਗਤੀ ਹੋ ਜਾਵੇਗੀ ਜਦੋਂ ਉਸ ਮਾਲਕ ਨੂੰ ਅਸੀਂ ਯਾਦ ਕਰਨਾ ਕਰਾਂਗੇ। ਗੀ ਗਾਵਨ ਸੀਤਾ ਰਾਜੇ ਰਾਮ, ਤਾਂ ਮਹਾਰਾਜ ਕਹਿਣ ਲੱਗੇ ਸੀਤਾ ਜੀ ਜੋ ਕਿ ਰਾਮ ਚੰਦਰ ਜੀਆਂ ਦੇ ਘਰ ਵਾਲੀ ਸਨ, ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਯਾਦ ਕਰਦੇ ਰਹੇ ਨੇ, ਉਹਨਾਂ ਨੂੰ ਯਾਦ ਕਰਨਾ ਕਰਦੇ ਨੇ। ਨਿਰਭਉ ਨਿਰੰਕਾਰ ਸਚ ਨਾਮ। ਹੁਣ ਕਿਹਨਾਂ ਨੂੰ ਗਾਣਾ ਕਰਦੇ ਨੇ ਕ੍ਰਿਸ਼ਨ ਜੀ, ਕਿਹਨਾਂ ਨੂੰ ਗੋਪੀਆਂ, ਕਿਹਨਾਂ ਨੂੰ ਸੀਤਾ ਜੀ ਤੇ ਰਾਮ ਚੰਦਰ ਜੀ ਗਾਣਾ ਕਰਦੇ ਨੇ, ਜਿਹੜੇ ਨਿਰਭਉ ਨੇ, ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ ਹੈ, ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਉਹਨਾਂ ਨੂੰ ਕ੍ਰਿਸ਼ਨ ਜੀ ਵੀ, ਉਹਨਾਂ ਦੀਆਂ ਗੋਪੀਆਂ ਵੀ, ਸੀਤਾ ਜੀ ਤੇ ਰਾਮ ਚੰਦਰ ਜੀ ਵੀ ਆਪ ਗਾਉਣਾ ਕਰਦੇ ਨੇ। ਜਿਨ੍ਹਾਂ ਜੋ ਕਿਸੇ ਦੇ ਭੈ ਦੇ ਅਧੀਨ ਨਹੀਂ, ਜਿਨ੍ਹਾਂ ਦਾ ਕੋਈ ਆਕਾਰ ਨਹੀਂ, ਨਿਰੰਕਾਰ ਹਨ, ਤੇ ਜਿਨ੍ਹਾਂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਮਹਾਰਾਜ ਕਹਿੰਦੇ ਜੇ ਤੂੰ ਗੁਰੂ ਮਹਾਰਾਜ ਜੀਆਂ ਤੋਂ ਸਿੱਖਿਆ ਲੈ ਕਰਕੇ ਤੂੰ ਸਿੱਖਣਾ ਕੀਤੀ ਹੈ ਨਾ, ਜੇ ਸਿੱਖ ਰਿਹਾ ਹੈ ਤਾਂ ਆਪ ਉਸ ਸਿੱਖਿਆ ਦੀ ਵਿਚਾਰ ਵੀ ਕਰਨਾ ਕਰ। ਗੁਰੂ ਦੀ ਸਿੱਖਿਆ ਦੀ ਵਿਚਾਰ ਵੀ ਕਰਨਾ ਕਰ। ਵਿਚਾਰ ਕਰਕੇ ਦੇਖੋ ਕਿ ਆਪਣੇ ਜੀਵਨ ਵਿੱਚ ਅਸੀਂ ਗੁਰੂ ਮਹਾਰਾਜ ਜੀਆਂ ਦੀਆਂ ਸਿੱਖਿਆਵਾਂ ਨੂੰ ਕਮਾਉਣਾ ਕਰ ਰਹੇ ਹਾਂ ਕਿ ਨਹੀਂ। ਜੇ ਨਹੀਂ ਕਮਾ ਰਹੇ ਤਾਂ ਫਿਰ ਕਮਾਉਣਾ ਕਰੀਏ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਜੇ ਕਿਸੇ ਨੇ ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਨੂੰ ਧਾਰਨ ਕਰਨਾ ਕੀਤਾ ਹੈ ਤਾਂ ਉਹਦੇ ਮਤ ਦੇ ਵਿੱਚ, ਉਹਦੇ ਹਿਰਦੇ ਵਿੱਚ ਨਾਮ ਰੂਪੀ ਰਤਨ ਜਵਾਹਰ ਮੋਤੀ ਉਹ ਪੈਦਾ ਹੋ ਜਾਇਆ ਕਰਦਾ ਹੈ। ਉਹਦੇ ਅੰਦਰ ਸਤ, ਸਬਰ, ਸੰਤੋਖ, ਦਇਆ ਤੇ ਸੰਜਮ ਵਰਗੇ ਐਸੇ ਗਹਿਣੇ ਜਿਹੜੇ ਨੇ ਉਹ ਪੈਦਾ ਹੋ ਜਾਇਆ ਕਰਦੇ ਨੇ। ਜਿਨ੍ਹਾਂ ਨੇ ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਨੂੰ ਸੁਣਿਆ, ਸੁਣ ਕਰਕੇ ਆਪਣੇ ਅੰਦਰ ਵਿਚਾਰ ਕਰਨਾ ਕੀਤੀ, ਵਿਚਾਰ ਕਰਕੇ ਜਦੋਂ ਕਮਾਇਆ ਹੈ ਤਾਂ ਐਸਿਆਂ ਦੇ ਅੰਦਰ ਗੁਰੂ ਦੀ ਸਿੱਖਿਆ, ਗੁਰੂ ਦਾ ਨਾਮ ਆਪ ਹੀ ਪ੍ਰਗਟ ਹੋ ਜਾਂਦਾ। ਗੁਰੂ ਉਹਨਾਂ ਦੇ ਅੰਦਰ ਆਪ ਹੀ ਵਰਤਣ ਲੱਗ ਪੈਂਦੇ ਨੇ। ਤਾਂ ਮਹਾਰਾਜ ਕਹਿਣਾ ਕਰਦੇ ਪਿਆਰੇ ਤੂੰ ਸਿੱਖਿਆ ਲਈ ਹੈ ਨਾ ਗੁਰੂ ਮਹਾਰਾਜ ਜੀਆਂ ਤੋਂ, ਤੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਜੀਆਂ ਦੀ ਵਿਚਾਰ ਵੀ ਕਰਨਾ ਕਰ। ਦੂਸਰਿਆਂ ਨੂੰ ਦੱਸਣਾ ਵੀ ਕਰ ਤਾਂ ਜੋ ਹੋਰ ਵੀ ਗੁਰੂ ਦੇ ਨਾਲ ਜੁੜਨਾ ਕਰਨ। ਤਾਂ ਗੁਰ ਸੰਗਤ ਜੀ ਐਸੇ ਬਚਨ ਮਹਾਰਾਜ ਕਹਿਣਾ ਕਰਦੇ ਨੇ। ਨਦਰੀ ਕਰਮ ਲਗਾਏ ਪਾਰ, ਪਰ ਐਸੀ ਅਵਸਥਾ ਦੀ ਪ੍ਰਾਪਤੀ ਕਿਨੂੰ ਹੋਇਆ ਕਰਦੀ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਨਜ਼ਰ ਹੋਵੇ। ਉਹੀ ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਨੂੰ, ਸਿੱਖੀ ਨੂੰ ਕਮਾਉਣਾ ਕਰਦੇ ਤੇ ਸ਼ਬਦ ਜੀਆਂ ਦੀ ਵਿਚਾਰ ਕਰਨਾ ਕਰਦੇ ਨੇ। ਦੂਸਰਿਆਂ ਨੂੰ ਦੱਸਣਾ ਕਰਦੇ ਨੇ, ਆਪ ਕਮਾਉਣਾ ਕਰਦੇ ਨੇ ਤੇ ਦੂਸਰਿਆਂ ਨੂੰ ਜੋੜਨਾ ਵੀ ਕਰਦੇ ਨੇ। ਨਿਤਨੇਮ ਕਰੀਏ ਗੁਰ ਸੰਗਤ ਜੀ, ਅੰਮ੍ਰਿਤ ਵੇਲਾ ਸੰਭਾਲੀਏ। ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਹੈ। ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਨੂੰ ਕਮਾਵਾਂਗੇ, ਹੁਕਮਾਂ ਦੇ ਉੱਪਰ ਚੱਲਣਾ ਕਰਾਂਗੇ ਤਾਂ ਫਿਰ ਗੁਰੂ ਮਹਾਰਾਜ ਜੀਆਂ ਦੀ ਨਦਰ, ਬਖਸ਼ਿਸ਼, ਕਿਰਪਾ ਦੇ ਪਾਤਰ ਬਣਨਾ ਕਰਾਂਗੇ। ਉਹ ਗੁਰੂ ਮਹਾਰਾਜ ਜੀਆਂ ਦੀ ਨਦਰ ਐਸੀ ਹੈ ਜਿਹੜੀ ਇਸ ਸੰਸਾਰ ਸਮੁੰਦਰ ਤੋਂ ਜੀਵ ਨੂੰ ਪਾਰ ਲਗਾ ਦਿਆ ਕਰਦੀ। ਜਿੱਦਾਂ ਬੇੜੀ ਹੋਇਆ ਕਰੇ,
बेड़ी एक समुद्र दे किनारे तो दूसरे किनारे तक लैके जाना करदी है। उसे प्रकार दे नाल गुरु महाराज जियां दा शब्द है वो संसार दे इस किनारे तो जीव नूं उस दूजे किनारे तक परमेश्वर तक पहुंचा दिया करदा। जदा एक बार एक जीव कलगीधर पातशाह जियां दे कोल आया ते उन्हें खंभ भेटा करना कीते सन ते महाराज गुरसंगत जी जदों खंभ नूं तीरां दे नाल बन्निया गया ते ਉਹ ਖੰਭ ਜਿਹੜੇ ਸਨ ਉਹ ਤੀਰਾਂ ਨੂੰ ਆਕਾਸ਼ ਦੇ ਵਿੱਚ ਲੈ ਕਰਕੇ ਗਏ, ਮੁੜ ਕੇ ਤੀਰ ਵਾਪਸ ਹੀ ਨਹੀਂ ਆਏ। ਗੁਰੂ ਮਹਾਰਾਜ ਜੀਆਂ ਦੇ ਸਿੱਖਾਂ ਨੇ ਪੁੱਛਣਾ ਕੀਤਾ, ਮਹਾਰਾਜ ਤੀਰ ਕਿਉਂ ਨਹੀਂ ਵਾਪਸ ਆਏ? ਤੇ ਸਮਾਂ ਕਾਫੀ ਬਤੀਤ ਹੋ ਗਿਆ ਸੀ ਤੇ ਮਹਾਰਾਜ ਕਹਿਣ ਲੱਗੇ ਇਹ ਖੰਭ ਉਹਨਾਂ ਤੀਰਾਂ ਨੂੰ ਉੱਥੇ ਲੈ ਕਰਕੇ ਗਏ ਨੇ ਜਿੱਥੋਂ ਇਹ ਖੰਭ ਆਪ ਆਉਣਾ ਕੀਤੇ ਨੇ। ਉਸੇ ਪ੍ਰਕਾਰ ਦੇ ਨਾਲ ਗੁਰੂ ਮਹਾਰਾਜ ਜੀਆਂ ਦਾ ਸ਼ਬਦ ਹੋਇਆ ਕਰਦਾ ਹੈ ਤੇ खंभ जो है वो शब्द रूप ने ते सिख तीर रूप है। जदों तीर रूपी सिख खंभ रूपी शब्द दे नाल जुड़ना करदा है ते शब्द इस सिख नूं तीर नूं उथे ले करके जाना करदा जिथों ये शब्द आप आया है। धुर की बाणी आई तिन सगली चिंत मिटाई ਤਾਂ ਆਪ ਜਿੱਥੋਂ ਧੁਰ ਦਰਗਾਹ ਤੋਂ ਜਿੱਥੇ ਸੱਚਖੰਡ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਆਪ ਨਿਵਾਸ ਹੈ ਗੁਰਸੰਗਤ ਜੀ ਇਹ ਸ਼ਬਦ ਉੱਥੇ ਲੈ ਕਰਕੇ ਜਾਣਾ ਕਰਦਾ ਹੈ। ਮਹਾਰਾਜ ਨੇ ਆਖਿਆ ਨਾ ਜਿੱਥੇ ਨਿਰੰਕਾਰ ਹੈ, ਹੁਣ ਨਿਰੰਕਾਰ ਕਿੱਥੇ ਹੈ? ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ। ਤਾਂ ਫਿਰ ਜਿਹੜਾ ਸ਼ਬਦ ਦਾ ਅਭਿਆਸ ਕਰਦਾ, ਜਿਹੜਾ ਸ਼ਬਦ ਦੇ ਨਾਲ ਜੁੜਨਾ ਕਰਦਾ ਹੈ, ਜਿਹੜਾ ਸ਼ਬਦ ਦੀ ਵਿਚਾਰ ਕਰਨਾ ਕਰਦਾ, ਗੁਰੂ ਦੀ ਸਿੱਖਿਆ ਲੈ ਕਰਕੇ ਗੁਰੂ ਦੀ ਸਿੱਖਿਆ ਨੂੰ ਕਮਾਉਣਾ ਕਰਦਾ ਹੈ, ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਕਰਦਾ, ਸ਼ਬਦ ਜੀਆਂ ਦੀ ਵਿਚਾਰ ਕਰਦਾ ਤੇ ਉਹਦੇ ਉੱਪਰ ਗੁਰੂ ਦੀ ਨਜ਼ਰ ਹੋ ਜਾਇਆ ਕਰਦੀ। ਗੁਰੂ ਦੀ ਕਿਰਪਾ ਉਹਨਾਂ ਦੇ ਉੱਪਰ ਵਰਤ ਜਾਇਆ ਕਰਦੀ ਹੈ ਤੇ ਉਹ ਕਿਰਪਾ ਸਦਕ ਉਹ ਕਿਰਪਾ ਐਸੀ ਜਿਹੜੀ ਜੀਵ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਆ ਕਰਦੀ। ਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਕਰੀਏ। ਕੋਲੂ ਚਰਖਾ ਚੱਕੀ ਚੱਕ, ਮਹਾਰਾਜ ਕਹਿਣਾ ਕਰਦੇ ਕੀ ਕੋਲੂ ਕੀ ਚਰਖਾ ਤੇ ਚੱਕੀਆਂ ਜਿਹੜੀਆਂ ਹੋਇਆ ਕਰਦੀਆਂ ਇਹ ਵੀ ਆਪਣੀ ਆਪਣੀ ਕਾਰ ਕਮਾ ਰਹੀਆਂ, ਇਹ ਵੀ ਨੱਚਣਾ ਕਰ ਰਹੀਆਂ ਨੇ। ਸੰਸਾਰ ਦੀ ਜਿਹੜੀ ਵੀ ਵਸਤੂ ਹੈ ਉਹ ਆਪਣੇ ਆਪਣੇ ਢੰਗ ਤਰੀਕੇ ਨਾਲ ਜਦੋਂ ਚੱਲਣਾ ਕਰਦੀ, ਮਹਾਰਾਜ ਕਹਿੰਦੇ ਉਹ ਨੱਚਣਾ ਹੀ ਕਰ ਰਹੀ ਹੈ। ਥਲ ਵਾਰੋਲੇ ਬਹੁਤ ਅਨੰਤ ਤਾਂ ਮਰੂਥਲਾਂ ਦੇ ਵਿੱਚ ਬੜੇ ਵਾਹ ਵਰੋਲੇ ਤੂਫਾਨ ਵੀ ਆਇਆ ਕਰਦੇ ਅਨੇਕਾਂ ਪ੍ਰਕਾਰ ਦੇ। ਲਾਡੂ ਮਾਧਾਣੀਆਂ ਅਨਗਾਹ ਤਾਂ ਜਿੱਦਾਂ ਲਾਡੂ ਹੋਇਆ ਕਰੇ ਤਾਂ ਅਸੀਂ ਲਾਡੂ ਨੂੰ ਘੁਮਾ ਦੇਣਾ ਕਰਦੇ ਹਾਂ ਤੇ ਲਾਡੂ ਜਦੋਂ ਘੁੰਮਦਾ ਉਹ ਅਸਲ ਦੇ ਵਿੱਚ ਉਹਦਾ ਨੱਚਣਾ ਹੀ ਹੈ। ਮਾਧਾਣੀਆਂ ਹੋਇਆ ਕਰਨ ਜਿਹਦੇ ਨਾਲ ਦੁੱਧ ਰੜਕਿਆ ਜਾਂਦਾ, ਮੱਖਣ ਕੱਢਿਆ ਜਾਂਦਾ ਹੈ ਤੇ ਉਹ ਮਾਧਾਣੀਆਂ ਨੂੰ ਘੁਮਾਉਣਾ ਵੀ ਗੁਰਸੰਗਤ ਜੀ ਉਹਨਾਂ ਨੂੰ ਨਚਾਉਣਾ ਹੀ ਹੈ। ਪੰਖੀ ਭੌਂਦਿਆਂ ਲੈਣ ਨਾ ਸਾਹ, ਹਵਾ ਦੇ ਵਿੱਚ ਉੱਡਦੇ ਹੋਏ ਪੰਛੀ ਜਦੋਂ ਭਟਕਣਾ ਕਰਦੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਕਰਦੇ ਨੇ ਤੇ ਜਾਂਦਿਆਂ ਸਾਹ ਨਹੀਂ ਲੈਣਾ ਕਰਦੇ, ਉਹਨਾਂ ਦਾ ਇੱਕ ਥਾਂ ਤੋਂ ਦੂਜੇ ਥਾਂ ਤੇ ਉੱਡ ਕੇ ਜਾਣਾ ਇਹ ਵੀ ਨੱਚਣਾ ਹੀ ਹੋਇਆ ਕਰਦਾ ਹੈ।
ਸੂਏ ਚਾੜ ਭਵਾਈਏ ਜੰਤ, ਤਾਂ ਜਨਤਾ ਨੂੰ ਵੀ ਸੂਏ ਉੱਪਰ ਚਾੜ ਕਰਕੇ ਭਵਾਇਆ ਜਾਂਦਾ ਹੈ। ਨਾਨਕ ਭੌਂਦਿਆਂ ਗਣਤ ਨਾ ਅੰਤ, ਮਹਾਰਾਜ ਕਹਿਣਾ ਕਰਦੇ ਨੇ ਤੇ ਇਹਨਾਂ ਦੇ ਭੌਂਦਿਆਂ ਇਹਨਾਂ ਦਾ ਕਿੰਨੇ ਹੀ ਭਟਕ ਰਹੇ ਨੇ, ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਤੇ ਕਿਤਨੇ ਹੀ ਨੱਚਣਾ ਕਰ ਰਹੇ, ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਬੰਧਨ ਬੰਧ ਭਵਾਏ ਸੋਏ, ਤਾਂ ਸਾਰੇ ਜਿਹੜੇ ਨੇ ਉਹ ਵਿਕਾਰਾਂ ਦੇ, ਆਸਾ ਦੇ, ਮਨਸਾ ਦੇ, ਮਨ ਦੇ ਸ਼ੰਕਿਆਂ ਦੇ, ਮਨ ਦੇ ਫੁਰਨਿਆਂ ਦੇ ਬੰਧਨਾਂ ਦੇ ਵਿੱਚ ਸਾਰੇ ਜਿਹੜੇ ਨੇ ਉਹ ਭਟਕਦੇ ਫਿਰਦੇ ਨੇ, ਸਾਰੇ ਹੀ ਨੱਚਦੇ ਫਿਰਦੇ ਨੇ। ਪਿਆ ਕਿਰਤ ਨੱਚੈ ਸਭ ਕੋਏ, ਤਾਂ ਕਿਰਤ ਦੇ ਪਿੱਛੇ ਹਰ ਕੋਈ ਨੱਚਣਾ ਕਰ ਰਿਹਾ ਹੈ। ਜਿੱਥੇ ਜਿਹਦੇ ਦਾਣੇ ਹੁੰਦੇ ਨੇ ਉੱਥੇ ਉੱਥੇ ਜਾ ਕੇ ਉਹ ਕਰਮ ਕਰਦਾ, ਉਹਦੇ ਕਰਮ ਨੂੰ ਕਰਨਾ, ਉਹਦਾ ਕਰਮ ਕਰਨਾ ਹੀ ਉਹਦਾ ਨੱਚਣਾ ਹੈ। ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਜਿੱਥੇ ਦਾਣੇ ਨੇ ਉੱਥੇ ਜਾ ਕਰਕੇ ਇਨਸਾਨ ਉਹਨਾਂ ਦਾਣਿਆਂ ਨੂੰ ਛਕਣਾ ਵੀ ਕਰਦਾ ਹੈ, ਦਾਣਿਆਂ ਨੂੰ ਚੁਗਣਾ ਵੀ ਕਰਦਾ ਹੈ। ਪਿਆ ਕਿਰਤ ਨਾ ਮੇਟਾ ਕੋਏ, ਜਿਹੜੀ ਕਿਰਤ ਪਈ ਹੋਈ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਨੱਚ ਨੱਚ ਹੱਸਹਿ ਚੱਲਹਿ ਸੇ ਰੋਏ, ਮਹਾਰਾਜ ਕਹਿੰਦੇ ਜਿਹੜਾ ਦੁਨਿਆਵੀ ਨੱਚ ਨੂੰ ਦੇਖ ਕਰਕੇ ਜਾਂ ਨੱਚ ਕਰਕੇ ਹੱਸਣਾ ਕਰਦੇ ਨੇ ਨਾ, ਉਹ ਅੰਤ ਵੇਲੇ ਜਦੋਂ ਮੌਤ ਦਾ ਸਮਾਂ ਆਇਆ ਕਰਦਾ ਹੈ ਤੇ ਉਹ ਫਿਰ ਰੋ ਕੇ ਜਾਣਾ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਮਨੁੱਖਾ ਜਨਮ ਤਾਂ ਨਾਮ ਜਪਣ ਲਈ ਮਿਲਿਆ, ਪਰਮੇਸ਼ਰ ਦੀ ਪ੍ਰਾਪਤੀ ਲਈ ਮਿਲਣਾ ਕੀਤਾ ਸੀ। ਸੋ ਗੁਰ ਸੰਗਤ ਜੀ ਨਾਮ ਜਪ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਕਰੀਏ। ਸੋ ਇਤਨੀਆਂ ਕੋ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਬਖਸ਼ੋ ਅਸੀਸ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਤਹਿ ਨ ਛੁਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਬਖਸ਼ੋ ਅਸੀਸ ਜੀ। ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ